ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਦੋ ਸ਼ਬਦ ਵਿਚਾਰਨੇ ਆ ਔਰ ਇਹ ਜਿਹੜਾ ਛੋਟਾ ਜਿਹਾ ਆਪਣਾ ਟੌਪਿਕ ਸੀ ਗੋਪਿਆ, ਇਹ ਆਪਾਂ ਅੱਜ ਕਲੋਜ਼ ਕਰ ਦਾਂਗੇ। ਗੋਪਣ ਦਾ ਮਤਲਬ ਨਿੰਦਾ ਨਹੀਂ ਹੈ। ਜਿੱਦਾਂ ਤੁਸੀਂ ਅੱਜ ਵਾਲੇ ਸ਼ਲੋਕ ਦੀ ਪਹਿਲੀ ਲਾਈਨ ਦੇਖ ਰਹੇ ਹੋ, ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨ ਠਾਉ। ਇਹਦੀ ਮੀਨਿੰਗ ਕਰ ਰਹੇ ਨੇ, ਜਿਸ ਮਨੁੱਖ ਨੇ ਆਪਣੇ ਸਤਿਗੁਰੂ ਦੀ ਨਿੰਦਾ ਕੀਤੀ ਹੈ ਉਸ ਨੂੰ ਨਾ ਥਾਂ ਨਾ ਖਿਤਾ। ਗੋਪਣਾ ਨਿੰਦਾ ਨਹੀਂ ਹੈ, ਗੋਪਣਾ ਹੈ ਲੁਕਾਉਣਾ, ਛੁਪਾਉਣਾ। ਅੱਜ ਅਸੀਂ ਦੋ ਸ਼ਬਦ ਲੈ ਕੇ ਬਿਲਕੁਲ ਇਸ ਲਫ਼ਜ਼ ਦਾ ਮੀਨਿੰਗ ਜਿਹੜਾ ਬਾਣੀ ਦੇ ਨਾਲ ਹੀ, ਬਾਣੀ ਦੇ ਜ਼ਰੀਏ ਹੀ ਆਪਾਂ ਕਲੀਅਰ ਕਰਨਾ। ਸੋ ਅੱਜ ਦਾ ਜਿਹੜਾ ਸ਼ਬਦ ਹੈ, ਰਾਗ ਗੌੜੀ ਮਹੱਲਾ ਤੀਜਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ਨੰਬਰ 314, 314। ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨ ਠਾਉ। ਗੁਰ ਰਾਰੇ ਨੂੰ ਔਂਕੜ, ਇਹ ਸ਼ਬਦ ਹੈ। ਜਿਸ ਅਭਿਆਸੀ ਅੰਦਰ ਅਜੇ ਤੱਕ ਪ੍ਰਭੂ ਦਾ ਪ੍ਰਕਾਸ਼ ਨਹੀਂ ਹੋਇਆ, ਉਸ ਦਾ ਕੋਈ ਟਿਕਾਣਾ ਨਹੀਂ ਤੇ ਕੋਈ ਰੁਤਬਾ ਨਹੀਂ। ਠੌਰ, ਠੌਰ ਕਹਿੰਦੇ ਟਿਕਾਣੇ ਨੂੰ, ਤੇ ਠਾਉ ਕਹਿੰਦੇ ਆ ਸਟੇਟਸ, ਰੁਤਬਾ। ਵੈਰੀ ਸਿੰਪਲ। ਜਿਸ ਅਭਿਆਸੀ ਅੰਦਰ ਅਜੇ ਤੱਕ ਪ੍ਰਭੂ ਦਾ ਪ੍ਰਕਾਸ਼ ਨਹੀਂ ਹੋਇਆ, ਅਸੀਂ ਇੱਥੇ ਜਨਮ ਲੈ ਕੇ ਆਏ ਹੀ ਅਕਾਲ ਪੁਰਖ ਨੂੰ ਮਿਲਣ ਵਾਸਤੇ ਆ। ਮਨੁੱਖਾ ਜਨਮ ਹੈ ਹੀ ਇਸ ਵਾਸਤੇ ਹੈ। ਸੋ ਜੇ ਅਸੀਂ ਪ੍ਰਗਟ ਨਹੀਂ ਕੀਤਾ, ਗੋਪਿਆ, ਜੇ ਸਾਡੇ ਅੰਦਰ ਅਜੇ ਪ੍ਰਮਾਤਮਾ ਅੰਦਰ ਹੈ, ਸਾਨੂੰ ਪਤਾ, ਪਰ ਜੇ ਅਸੀਂ ਉਹਨੂੰ ਪ੍ਰਗਟ ਨਹੀਂ ਕੀਤਾ, ਜੇ ਉਹ ਲੁਕਿਆ ਹੀ ਰਹਿ ਗਿਆ, ਨਾ ਸਾਡਾ ਕੋਈ ਸਟੇਟਸ, ਨਾ ਕੋਈ ਟਿਕਾਣਾ। ਅਧਿਆਤਮਕ ਲੈਵਲ ਦੇ ਉੱਤੇ ਉਹ ਕਹਿ ਦਿੰਦੇ ਨਾ, ਪੱਗ ਦੇਖ ਕੇ ਜਾਂ ਸਰੂਪ ਦੇਖ ਕੇ ਕਹਦੇ ਬੰਦਾ ਬੜੀ ਚੜ੍ਹਦੀ ਕਲਾ ਵਾਲਾ, ਇਹਨੂੰ ਕਹਿੰਦੇ ਸਟੇਟਸ। ਆਤਮਿਕ ਤੌਰ ਤੇ ਸਟੇਟਸ ਜਿਹੜਾ ਉਹ ਅਕਾਲ ਪੁਰਖ ਨੇ ਜੱਜ ਕਰਨਾ, ਅਸੀਂ ਨਹੀਂ ਕਰਨਾ। ਬਾਹਰੋਂ ਭਾਵੇਂ ਅਸੀਂ ਜਿੰਨੇ ਮਰਜ਼ੀ ਸੋਹਣੇ ਗੁਰਮੁਖ ਬਣ ਜਾਈਏ, ਸੋ ਕਾਲਡ, ਲੇਕਿਨ ਜੋ ਗੁਰਮੁਖ ਅਧਿਆਤਮਕ ਲੈਵਲ ਤੇ ਹੈ, ਉਹ ਇੱਕ ਗੁਰੂ ਤੇ ਪ੍ਰੀਤ ਭਰੋਸਾ, ਇੱਕ ਗੁਰੂ ਨੂੰ ਮੰਨਣਾ, ਇੱਕ ਗੁਰੂ ਨਾਲ ਕਮਿਟਮੈਂਟ ਔਰ ਇੱਕ ਸ਼ਬਦ ਗੁਰੂ ਦਾ ਜਾਪ, ਇਹ ਚਾਰ ਚੀਜ਼ਾਂ ਹੋਣਗੀਆਂ ਤੇ ਉਹ ਬੰਦਾ ਅਧਿਆਤਮਕ ਲੈਵਲ ਤੇ ਗੁਰਮੁਖ ਹੋਊਗਾ। ਸੋ ਜਿਸ ਅਭਿਆਸੀ ਦੇ ਅੰਦਰ ਅਜੇ ਤੱਕ ਸਤਿਗੁਰ ਦਾ ਪ੍ਰਕਾਸ਼ ਨਹੀਂ ਹੋਇਆ, ਪ੍ਰਭੂ ਦਾ ਪ੍ਰਕਾਸ਼ ਨਹੀਂ ਹੋਇਆ, ਜਿਸਨੇ ਰੱਬ ਨੂੰ, ਅਕਾਲ ਪੁਰਖ ਨੂੰ ਪ੍ਰਗਟ ਨਹੀਂ ਕੀਤਾ, ਨਾ ਉਹਦਾ ਕੋਈ ਟਿਕਾਣਾ ਤੇ ਨਾ ਹੀ ਕੋਈ ਰੁਤਬਾ। ਹਲਤ ਪਲਤ ਦੋਵੇਂ ਗਏ, ਦਰਗਾਹ ਨਾ ਹੀ ਠਾਉ। ਉਸ ਦਾ ਲੋਕ ਪਰਲੋਕ ਦੋਵੇਂ ਵਿਅਰਥ ਗਏ ਸਮਝੋ, ਤੇ ਅਕਾਲ ਪੁਰਖ ਦੀ ਦਰਗਾਹ ਵਿੱਚ ਵੀ ਉਹਨੂੰ ਕੋਈ ਥਾਂ ਨਹੀਂ। ਉਹ ਵੇਲਾ ਹੱਥ ਨਾ ਆਵੇ, ਫਿਰ ਸਤਿਗੁਰ ਲੱਗੇ ਪਾਏ। ਅਜਿਹੇ ਬੰਦਿਆਂ ਨੂੰ ਫਿਰ ਬੰਦਗੀ ਕਰਨ ਦਾ ਮੌਕਾ ਨਹੀਂ ਮਿਲਣਾ, ਕਿਉਂਕਿ ਫਿਰ ਉਹ 84 ਦੇ ਗੇੜ 'ਚ ਫਸ ਜਾਣੇ ਨੇ। ਉਹ ਵੇਲਾ ਹੱਥ ਨਾ ਆਵੇ, ਬੜਾ ਉੱਤਮ ਚਾਂਸ ਸਾਨੂੰ ਮਿਲਿਆ ਸਤਿਗੁਰੂ ਨੂੰ ਮਿਲਣ ਦਾ, ਸਤਿਗੁਰੂ ਨੂੰ ਪ੍ਰਗਟ ਕਰਨ ਦਾ, ਸਤਿਗੁਰੂ ਦਾ ਪ੍ਰਕਾਸ਼ ਕਰਨ ਦਾ ਅੰਦਰ। ਇਹ ਫਿਰ ਟਾਈਮ, ਵੇਲਾ ਖੁੰਝ ਗਿਆ ਤੇ ਇਹ ਹੱਥ ਨਹੀਂ ਆਉਣਾ, ਬੰਦਗੀ ਕਰਨ ਦਾ ਮੌਕਾ ਨਹੀਂ ਮਿਲਣਾ, ਕਿਉਂਕਿ ਫਿਰ ਉਹ 84 ਵਾਲਾ ਗੇੜ ਚੱਲ ਪੈਣਾ। ਸਤਿਗੁਰ ਕੀ ਗਣਤੈ ਘੁੱਸੀਐ, ਦੁੱਖ ਹੈ ਦੁੱਖ ਵਿਹਾਏ। ਸਤਿਗੁਰ ਨੂੰ ਵਿਸਾਰਨ ਵਾਲੇ ਜੇ ਇਸ ਵਾਰੀ ਵੀ ਖੁੰਝ ਗਏ
ਤਾਂ ਜ਼ਿੰਦਗੀ ਨਿਰੋਲ ਦੁੱਖਾਂ ਵਿੱਚ ਬੀਤੇਗੀ। ਅਗਲਾ ਜਿਹੜਾ, ਕਿਉਂਕਿ ਇਹ ਜੀਵਨ ਜਿਹੜੀ ਜ਼ਿੰਦਗੀ ਦੀ ਗੱਲ ਕੀਤੀ ਹੈ, ਇਹ ਅਗਲੇ 84 ਦੀ ਗੱਲ ਕੀਤੀ ਹੈ। सतगुरु की गणत है कुस्सी है। कुस्सी है मतलब मिस कर लेना, चांस मिस कर लेना। वाहिगुरू। सो ये ऐस उम्र की गल नहीं है। बाणी बड़े ध्यान नाल वचनी है, सतगुरु दीयां बातां बड़े ध्यान नाल बुझणियां ने। सतगुरु की गणत है, जे ओहदे गुण गाउणो, ओहदा नाम जपणो असीं खुस गए, खुंज गए, तां जिहड़ा अगला परलोक की गल कर रहे हैं, अगला जिहड़ा जो इस मन का जीव आत्मा का अगला सारा वो दुखों दे विच समा बीतेगा। सो सतगुर पुरख निर्वैर है, आपे लय जिस लाए। सतगुर माया तो परे है, निर्वैर मतलब वैर दे रारे नूं औंकड़ है। सो ये नहीं है भी वो दुनियावी वैर की गल नहीं की है, ओदा पंजां नाल कोई वैर नहीं। समझियो इस गल नूं, ये आम दुनियावी गल नहीं है। निर्वैर रारे नूं औंकड़। साडे तां पंज वैरी ने, असीं दुनिया च रहने हैं, साडे पंज वैरी ने, लेकिन वो अकाल पुरख दे वैरी नहीं गे, वो निर्वैर है, वो उस वैर तो रहित है। मतलब सतगुर माया तो परे है, वो निंदकां नूं मेहर करके अपने नाल जुड़न दा मौका दिंदा है। आपे लए जिस लाए। सतगुर पुरख निर्वैर है, आपे लए जिस लाए। वो जिन्हां दे अंदर अजे करते पुरख का प्रकाश नहीं होया, उन्हां नूं भी चांस देना उन्हां ने अपने विच मिलाउण दा, ज्योति जोत मिलाउण दा। सो एक होर गल देखो सामने आ रही है भी आपां गुरु साहबानां दे ज्योति जोत पुरब मनाउने आ। वो भाई जदों वो इस शरीर नूं छड्ड के चले जाते हैं, वो जोत ते खत्म ही नहीं हुई कदे। नाले वो जिउंदे जी ज्योति जोत समाए हुए सी, ताइयों आ धुर दरगाह दी बाणी ज्ञान ब्रह्म ज्ञान उन्होंने प्रगट किया, सतगुर नूं प्रगट किया। वो जिउंदे जी ही ज्योति जोत समाए हुए सी। अगे चलिए। सतगुर पुरख निर्वैर है, आपे लय जिस लाए। नानक दर्शन जिन्हां विखाले होन। बड़ी इंपॉर्टेंट गल। नानक दर्शन जिन्हां विखाले होन, तिन्हां दरगाह लय छड़ाए। नानक जोत आखदी है कि भगती करन वालियां नूं अकाल पुरख आप दरगाह विच रखदा है, आप दरगाह विच बचाउंदा है, आप छुड़ाउंदा है। दर्शन माया तो छुट के प्रभु दी दरगाह दे विच अप्रूव्ड होना। दर्शन जिन्हां विखाले होन, जेड़े अभ्यासी माया तो छुट के अकाल पुरख दी दरगाह दे विच प्रवान हो गए ने, पंच प्रवान। जो दर्शन अवस्था है, एक मानसिक अवस्था है जदों नाम पदार्थ हासिल हो जाए। दर्शन का मतलब आमो सामने। अंदरों जिनका मोह टुटा तिनका शब्द सच्चे सवारिया। जदों इधरों तुसी डिटैच हो गए माया लो, ते उधर नूं अटैच हो जाना आमो सामने। जदों नाम पदार्थ मिल जाए, जन्म पदार्थ, ज्ञान पदार्थ, मुक्त पदार्थ ते नाम पदार्थ, आखिरी अवस्था है। अगे चलिए। महला तीजा, ये उस शब्द का हिस्सा है पन्ना नंबर 314 ते।
पहला श्लोक महला तीजा, फिर महला तीजा, फिर पौड़ी, ते फिर ये शब्द कंप्लीट होएगा। कहते मनमुख अज्ञान दुर्मत हंकारी। मनमुख अज्ञानी ਅਤੇ बुरी मत वाला बंदा हंकारी ही हुंदा है। अंतर क्रोध जूए मत हारी। उस अंदर हमेशा क्रोध है ते विषयां विकारां दे जूए विच अकल गवा बैठदा है। कूड़ कुसत ओह पाप कमावे। वो सदा झूठ फरेब ते पाप बिरती वाले काम ही करता है। क्या वो सुने, क्या आख सुनावे। पापी होया मन ना बंदगी दी गल सुनता है ते ना ही नाम जपण वाले पासे लगता है। क्या वो सुने, क्या आख सुनावे। पापी होया मन ना बंदगी दी गल सुनता, ना नाम जपण वाले पासे लगता। अन्ना बोला खोए उजड़ पाए। सतगुर दी होंद महसूस करन वल्लों अन्ना है ते नाम सुनन वाले पासियों बोला होण करके औजड़े राह पिया होया है, गलत राह पिया होया है, माया नाल अटैच है। मैं फिर रिपीट करदा, अन्ना बोला खोए उजड़ पाए। सतगुर दी होंद महसूस करन वल्लों अन्ना है ते नाम सुनन वाले पासियों बोला है। ते ऐसा होण करके ਉਹ औजड़े राह ते पै गया, गलत राह ते पै गया। मनमुख अंधा आवे जाए। मनमुख ते साकत बंदा जन्म मरण दे गेड़ियां तो बच नहीं सकता। फैसला हुण दिंदे आ, बिन सतगुर भेटे थाए ना पाए। नानक पूरब लिखिया कमाए। सतगुर दी बंदगी करन तो बिना रब दी दरगाह दे विच कबूल नहीं हो सकीदा। नानक जोत कह रही है, फरमान कर रही है, पूर्वले कर्मा मुताबक ही वर्तमान जीवन जीविया जाता है। पूर्वले कर्मा दे मुताबक ही वर्तमान जीवन जीविया जाता है। जे मेहनत करते हो नाम जपण वालियां दी या नाम दी संगत करते हो, फिर ये कर्म जिहड़े है बदल भी सकते हैं। ये आपां कई बारी पिछे विचार के आए हैं। अदरवाइज जे रूटीन की गल करिए तो नानक जोत इत्थे डिकलेयर करदे फैसला दे रहा है कि पूर्वला जिहड़ा कर्म साडा होया उहदे अनुसार इत्थे जीवन असीं जीवना। पर जेकर संगत मिल जे सोने ते सुहागा हो जाता। सानू जन्म भी मिल गया, ज्ञान पदार्थ भी मिलूगा, नाम पदार्थ भी मिलूगा, मुक्त पदार्थ भी मिलूगा। जन्म ज्ञान मुक्त फिर अखीर ते नाम चौथा। सो इत्थे फैसला दिता कि सतगुर दी बंदगी करन तो बिना अकाल पुरख दी दरगाह दे विच प्रवान नहीं होया जा सकदा ते पूर्वले कर्मां अनुसार वर्तमान जिहड़ा जीवन है वो जीविया जांदा। अगे चली पौड़ी। जिनके चित्त कठोर हैं से बहे न सतगुर पास। जिन्हां दे मन निर्दयी ने वो सतगुर दी नेड़ता महसूस नहीं कर सकते। बहे न सतगुर पास, अकाल पुरख दी नेड़ता है ते अंदर ही है साडे। सो नेड़ता की हुई आपां प्रगट नहीं कीता उहनूं, हले तक वो लुकिया पिया साडे अंदर। ऐदां शरीर दी चीर फाड़ करोगे अंदर कख नहीं लभना सवाए अंदरले जिहड़े साडे ऑर्गनस
ਕੰਮ ਕਰ ਰਹੇ। ਇਹ ਸਭ ਸੁਰਤੀ ਦੀ ਖੇਡ ਹੈ ਤੇ ਬਾਹਰੋਂ ਸ਼ਬਦ ਨੇ ਸਾਰਾ कुछ करना। जिनकी चित्त कठोर हैं से बहे न सतगुर पास। चित्त अगेन रिलेटेड टू सुरती, मन चित्त, मन चित्त ला के इस चीज ਨੂੰ ਵੀ ਅਸੀਂ ਨਿਖੇੜ ਕੇ ਆਏ ਆ। ਮਨ ਵਿਚਾਰ ਕਰਦਾ, ਚਿੱਤ ਜਿਹੜਾ ਹੈ ਉਹ ਅੰਦਰ ਪਿਕਚਰ ਬਣਾਉਂਦਾ, ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਜਿਹੜੀਆਂ ਲਹਿਰਾਂ ਉੱਠਦੀਆਂ। ਇਹ ਬੜੀਆਂ ਬਰੀਕ ਚੀਜ਼ਾਂ ਨੇ, ਇਹਨਾਂ ਨੂੰ ਸ਼ਬਦਾਂ ਦੇ ਜ਼ਰੀਏ ਅਗਾਂਹ ਜਾ ਕੇ ਅਸੀਂ ਥੋੜਾ ਥੋੜਾ ਖੋਲਦੇ ਜਾਵਾਂਗੇ। ਪਿੱਛੇ ਵੀ ਖੋਲਿਆ, ਗਾਂ ਵੀ ਇਹ ਚੀਜ਼ਾਂ ਖੁੱਲਣੀਆਂ ਨੇ। ਸੋ ਜਿਨ੍ਹਾਂ ਦੇ ਮਨ ਨਿਰਦਈ ਨੇ ਉਹ ਸਤਿਗੁਰ ਦੀ ਨੇੜਤਾ ਮਹਿਸੂਸ ਨਹੀਂ ਕਰ ਸਕਦੇ। ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ। ਸੋ ਸਤਿਗੁਰ ਦੀ ਨੇੜਤਾ ਕੀ ਹੈ? ਜਿੱਥੇ ਕੇਵਲ ਨਾਮ ਦੀਆਂ ਗੱਲਾਂ ਹੋਣ, ਉੱਥੇ ਸੱਚ ਵਰਤਦਾ, ਜਿਹੜੀ ਉਹ ਨੇੜਤਾ ਹੈ, ਜਿਹੜਾ ਬਹਿ, ਜੇ ਸਤਿਗੁਰੂ ਦੇ ਕੋਲ ਜਾਣਾ, ਉੱਥੇ ਕੀ ਹੈ? ਨਾਮ ਦੀਆਂ ਗੱਲਾਂ। ਜਿੱਥੇ ਕੇਵਲ ਨਾਮ ਦੀਆਂ ਗੱਲਾਂ ਹੋਣ, ਉੱਥੇ ਮਾਇਆ ਧਾਰੀਆਂ ਨੂੰ ਬੇਚੈਨਗੀ ਲੱਗੀ ਰਹਿੰਦੀ ਹੈ। ਕੁੜਿਆਰਾਂ ਚਿੱਤ ਉਦਾਸ। ਹੁਣ ਬੇਚੈਨਗੀ ਕਿੱਦਾਂ ਦੀ ਹੈ? ਕਾਹਦੀ ਬੇਚੈਨਗੀ ਹੈ? ਸਾਡੇ ਸਾਰਿਆਂ ਨਾਲ ਇਹ ਵਾਪਰਦੀ ਹੈ। ਤੁਸੀਂ ਆਪ ਵੀ ਵੇਖਿਓ। ਉਹ ਇਹ ਵਲਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ। ਉਹ ਔਖੇ ਸੌਖੇ ਆ ਕੇ ਸੰਗਤ ਚ ਬਹਿ ਜਾਂਦੇ ਆ, ਆਪਣਾ ਸਮਾਂ ਲੰਘਾਉਂਦੇ ਆ, ਪਰ ਫਿਰ ਬਾਅਦ ਚ ਕੂੜ ਦੇ ਵਪਾਰੀਆਂ ਨਾਲ ਜਾ ਬੈਠਦੇ ਆ। ਉਹ ਜੇ ਕਿਤੇ ਸੰਗਤ ਉਹਨਾਂ ਨੂੰ ਮਿਲ ਵੀ ਜਾਵੇ ਨਾਮ ਜਪਣ ਵਾਲਿਆਂ ਦੀ, ਉਹ ਵਲ ਛਲ ਕਰ ਝੱਤ ਕੱਢ ਦੇ। ਓਏ ਵਲ ਛਲ ਕਰ ਝੱਤ ਕੱਢ ਦੇ। ਔਖੇ ਸੌਖੇ ਆਪਣਾ ਸਮਾਂ ਲੰਘਾਉਂਦੇ ਆ, ਪਰ ਫਿਰ ਮੁੜ ਕੇ ਜਾ ਕੇ ਉਹ ਕੁੜਿਆਰਾਂ ਦੀ ਸੰਗਤ ਚ ਵਪਾਰੀਆਂ ਨਾਲ, ਕੂੜ ਦੇ ਵਪਾਰੀਆਂ ਨਾਲ ਜਾ ਬਹਿੰਦੇ ਆ। ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ। ਨਾਮ ਵਿੱਚ ਹਉਮੈ ਨੂੰ ਕੋਈ ਥਾਂ ਨਹੀਂ। ਬੇਸ਼ੱਕ ਨਿਰਣਾ ਕਰਕੇ ਦੇਖ ਲਓ, ਇੱਕ ਪੋਜ਼ਿਟਿਵ ਹੈ, ਇੱਕ ਨੈਗੇਟਿਵ ਹੈ, ਇੱਕ ਕਦੇ ਵੀ ਨਹੀਂ ਮਿਲ ਸਕਦੀ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਥਾਂ। ਵਿੱਚ ਸੱਚੇ ਕੂੜ ਨਾ ਗੱਡਈ, ਦੋਨੇ ਇੱਕ ਥਾਂ ਤੇ ਨਹੀਂ ਵਸ ਸਕਦੇ। ਨਾਮ ਜਾਂ ਨਾਮ ਦੀ ਸੰਗਤ ਦੇ ਵਿੱਚ ਕੋਈ ਥਾਂ ਨਹੀਂ ਹੈ ਹਉਮੈ ਦੀ। ਨਿਰਣਾ ਕਰਕੇ ਦੇਖ ਲਓ। ਕੁੜਿਆਰ ਕੁੜਿਆਰੀ ਜਾਈ ਰਲੇ, ਕੂੜ ਦੇ ਵਪਾਰੀ ਮਾਇਆ ਧਾਰੀਆਂ ਕੋਲ ਪਹੁੰਚ ਜਾਂਦੇ ਆ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਤੇ ਜੋ ਰੱਬ ਨਾਲ ਜੁੜਨ ਵਾਲੇ ਹੈ, ਜਿਨ੍ਹਾਂ ਦੇ ਅੰਦਰ ਤਾਂਘ ਹੈ, ਜੋ ਇੱਕ ਅਕਾਲ ਪੁਰਖ ਨੂੰ ਮੰਨਦੇ ਹੈ, ਇੱਕ ਅਕਾਲ ਪੁਰਖ ਤੇ ਭਰੋਸਾ ਕਰਦੇ ਹੈ, ਇੱਕ ਅਕਾਲ ਪੁਰਖ ਨਾਲ ਕਮਿਟਡ ਨੇ, ਇੱਕ ਅਕਾਲ ਪੁਰਖ ਦਾ ਨਾਮ ਜਪਦੇ ਹੈ, ਸਚਿਆਰ ਸਿੱਖ ਗੁਰਸਿੱਖ ਬੈਠੇ ਸਤਿਗੁਰ ਪਾਸ। ਉਹ ਸਤਿਗੁਰ ਦੀ ਨੇੜਤਾ ਹੀ ਭਾਲਦੇ ਆ। ਇਹ ਹੋ ਗਿਆ ਸਾਡਾ ਇੱਕ ਸ਼ਬਦ ਪੂਰਾ। ਹੁਣ ਅਸੀਂ ਦੂਜਾ ਸ਼ਬਦ ਕੱਢਦੇ ਹਾਂ। ਵਾਹਿਗੁਰੂ 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 ਵਾਹਿਗੁਰੂ। ਇਹ ਸ਼ਬਦ ਹੈ ਰੇ ਜਨ ਉਥਾਰੈ ਦੱਬਿਓ ਸੁੱਤਿਆਂ ਗਈ ਵਿਹਾਈ। ਅੰਕ ਨੰਬਰ ਹੈ 651। ਸ਼ਲੋਕ ਮਹਲਾ ਤੀਜਾ, ਅਗੇਨ ਧੰਨ ਗੁਰੂ ਰਾਮਦਾਸ ਪਾਤਸ਼ਾਹ।
रे जन उथारै दब्बियो, सुत्तियां गई विहाए। मोह माया रूपी मलीनता विच फसिया होया बंदा सारी उम्र ऐसे वहन विच बिता दिंदा। सारी उम्र टोटल मनुखा जन्म जिहड़ा चांस मिलिया अकाल पुरख नूं मिलन दा, गोबिंद मिलन की ए तेरी बरिया। मोह माया रूपी मलीनता विच फसिया होया बंदा सारी उम्र ऐसे वहन विच बिताउंदा। सो उथारै, उथारै की होया? उथारै डिक्शनरी दे अनुसार ਜਦੋਂ ਕਈ ਵਾਰੀ ਆਪਾਂ ਸੁੱਤੇ ਹੁੰਨੇ ਆ ਤੇ ਬਾਈ ਚਾਂਸ ਸਾਡਾ ਜਿਹੜਾ ਹੱਥ ਹੈ ਉਹ ਛਾਤੀ ਤੇ ਆ ਜੇ ਤੇ ਸੁੱਤਿਆਂ ਨੂੰ ਕਈ ਵਾਰੀ ਛਾਤੀ ਤੇ ਬਹੁਤ ਸਾਰਾ ਦਬਾਅ ਮਹਿਸੂਸ ਹੁੰਦਾ, ਭਾਰ ਮਹਿਸੂਸ ਹੁੰਦਾ। ਕਈ ਵਾਰੀ ਬੰਦਾ ਫਿਰ ਤਰਬਕ ਕੇ ਉੱਠਦਾ ਵੀ ਹੈ, ਉਥਾਰੈ। ਦਿਲ ਤੇ ਦਬਾਓ ਜੋ ਕਈ ਵਾਰੀ ਸੁੱਤੇ ਪਿਆਂ ਸਾਡਾ ਹੱਥ ਜਿਹੜਾ ਉਹ ਛਾਤੀ ਤੇ ਪੈ ਜਾਂਦਾ ਤੇ ਉਹ ਦਬਾਅ ਮਹਿਸੂਸ ਹੋਣਾ, ਉਹਨੂੰ ਕਹਿੰਦੇ ਉਥਾਰੈ। ਉਥਾਰੈ ਦੇ ਦੱਬੇ ਹੋਏ, ਰੇ ਜਨ ਉਥਾਰੈ ਦੱਬਿਓ, ਭਾਵ ਮਾਇਆ ਰੂਪੀ ਮਲੀਨਤਾ ਵਿੱਚ ਫਸੇ ਹੋਏ ਬੰਦੇ ਤੇਰੀ ਸਾਰੀ ਉਮਰ ਐਸੇ ਵਹਿਣ ਵਿੱਚ ਲੰਘ ਜਾਂਦੀ ਹੈ, ਮਨ ਜਾਗਦਾ ਹੀ ਨਹੀਂ। ਜਾਗਣਾ, ਜਾਗਣਾ ਕੀ ਹੈ? ਨਾਮ ਵਾਲੇ ਪਾਸੇ ਲੱਗਣਾ। ਸੌਣਾ ਮਾਇਆ ਦੇ ਵਿੱਚ। ਅਗੇਨ ਹਨੇਰੇ ਔਰ ਪ੍ਰਕਾਸ਼ ਦੀ ਗੱਲ ਹੈ, ਅਗੇਨ ਪੋਜ਼ਿਟਿਵਿਟੀ ਔਰ ਨੈਗੇਟਿਵਿਟੀ ਦੀ ਗੱਲ ਹੈ। ਰੇ ਜਨ ਉਥਾਰੇ ਦੱਬਿਓ, ਸੁੱਤਿਆਂ ਗਈ ਵਿਹਾਏ। ਨਾਮ ਜਪਣ ਤੋਂ ਬਿਨਾਂ ਹੀ ਤੇਰੀ ਸਾਰੀ ਜਿਹੜੀ ਹੈ ਜ਼ਿੰਦਗੀ ਬੀਤ ਜਾਂਦੀ ਹੈ। ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਵਾਹ! ਸਤਿਗੁਰ ਦਾ ਸ਼ਬਦ ਸੁਣ ਕੇ ਮਨ ਮਾਇਆ ਤੋਂ ਪਰੇ ਨਹੀਂ ਹੋਇਆ ਤੇ ਨਾ ਹੀ ਨਾਮ ਜਪਣ ਦਾ ਕੋਈ ਚਾਅ ਉਪਜਿਆ। ਸਤਿਗੁਰ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ, ਨਾ ਹੀ ਕੋਈ ਨਾਮ ਜਪਣ ਦਾ ਚਾਅ ਉਪਜਿਆ। ਸਰੀਰ ਜਲੋ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਏ। ਜੋ ਬੰਦਾ ਨਾਮ ਨਹੀਂ ਜਪਦਾ ਉਹਦਾ ਸਰੀਰ ਬੰਦਗੀ ਤੋਂ ਸਖਣਾ ਹੋਣ ਕਰਕੇ ਵਿਕਾਰਾਂ ਦੀ ਅੱਗ ਵਿੱਚ ਸੜਦਾ ਰਹਿੰਦਾ। ਜਗਤ ਜਲੰਦਾ ਡਿਠ ਮੈਂ, ਹਉਮੈ ਦੂਜੈ ਭਾਏ। ਸਾਰਾ ਸੰਸਾਰ ਹਉਮੈ ਅਤੇ ਦਵੈਤ ਵਿੱਚ ਸੜ ਰਿਹਾ। ਨਾਨਕ ਜੋਤ ਆਖਦੀ ਹੈ, ਨਾਨਕ ਗੁਰ ਸ਼ਰਨਾਈ ਉਭਰੇ। ਫਿਰ ਕੀ ਹੋਇਆ? ਫਿਰ ਕੀ ਹੋਇਆ ਜੇ ਤੂੰ ਮਾਇਆ ਨਾਲ ਅਟੈਚਡ ਹੈ? ਬੰਦਗੀ ਕਰ, ਮਨ ਚਿਤ ਲਾ ਕੇ ਨਾਮ ਜਪ। ਨਾਨਕ ਗੁਰ ਸ਼ਰਨਾਈ ਉਭਰੇ। ਕੇਵਲ ਬੰਦਗੀ ਕਰਕੇ, ਭਾਵ ਮਨ ਚਿਤ ਲਾ ਕੇ ਨਾਮ ਜਪ ਕੇ ਮਾਇਆ ਤੋਂ ਬਚਿਆ ਜਾ ਸਕਦਾ ਹੈ। ਨਾਨਕ ਗੁਰ ਸ਼ਰਨਾਈ ਉਭਰੇ, ਸੱਚ ਮਨ ਸ਼ਬਦ ਤੇ ਆਏ। ਫਿਰ ਕੀ ਹੋਇਆ ਜੇ ਅਸੀਂ ਮਲੀਨ ਆ? ਫਿਰ ਕੀ ਹੋਇਆ ਜੇ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਕੜੇ ਪਏ ਆ? ਕੀ ਕਰੀਏ? ਮਨ ਚਿਤ ਲਾ ਕੇ ਨਾਮ ਜਪੀਏ, ਮਾਇਆ ਤੋਂ ਬਚਾ ਕਰੀਏ। ਅੱਗੇ ਚਲੀਏ।
महला तीजा। शब्द रत्ते होमै गई। शब्द रत्ते होमै गई। शोभावंती नार, बंदगी उपरंत शब्दे रत्ते। जदों बंदा शब्द च रत्या गया, जदों मजीठ रंग चढ़ गया, मजीठ मजेंटा कलर, ये बड़ा पक्का रंग हुंदा। बंदगी उपरंत मजीठ रंग चढ़न ते बंदा पंच प्रवान हो जाता है। शोभावंती नार, सुहागण होगी। जीव रूपी नारी शोभावंती होगी, पंच प्रवान होगी दरगाह च। फिर कै भाने सदा चले तां बनिया शिंगार। शिंगार कोई बाहरों ड्रेसां नहीं पाउणियां, मेकअप नहीं करना, गहने नाल अपना शरीर नहीं सजाउणा। शिंगार जिहड़ा आत्मक लैवल की गल है, वो है फिर के भाने सदा चले। दुनियावी भी इस गल नूं अपना लो ते सुखी सांदी बंदा जीवन कढ़दा दुनियावी रूप दे विच। हुण इत्थे फिर के भाने सदा चले तां बनिया शिंगार। जो भी प्रभु दे भाने विच रहना सिख जांदा है, उसदा ये शिंगार सफल समझो, उसदा असल शिंगार हो गया। सेज सुहावी सदा पिर रावै, हर वर पाया नार। हिरदे रूपी सेज अत सुंदर बन जाती है जदों जीव आत्मा दे विच प्रभु दा प्रकाश हो जाता है। हर वर पाया नार, शब्द रूपी वर मिल गया, अकाल पुरख दा प्रकाश हो गया। सेज सुंदर होगी, सेज सुहावी सदा पिर रावै। अध्यात्म आत्मक लैवल दीयां गल्लां ने, आत्मक अवस्था है। हर वर पाया नार, हिरदे रूपी सेज अत सोहनी सुंदर बन गई है जदों जीव आत्मा दे अंदर अकाल पुरख दा प्रकाश हो गया। ना हर मरै, ना कदे दुख लग गया। वो जीव आत्मा जन्म मरण दे गेड़ियां चों बच के सदा सुहागण दा रुतबा हासिल कर लेंदी है। ना हर मरै, ना कदे दुख लग गए, सदा सुहागण नार। वो जीवात्मा फिर जन्म मरण दे गेड़ियां चों मुक्त है। वो जीवात्मा फिर पति परमेश्वर दे विच समाई हुई है। पति परमेश्वर ने कदे नहीं किते जाना, वो सत्य है, उसदी होंद सदा सदा वास्ते कायम है। ते ऐसी जीव इस्त्री जिन्हें नाम अभ्यास दे नाल अंदर अकाल पुरख दा प्रकाश कीता है, वो भी सदा सदा वास्ते सुहागण हो जाती है। नानक हर प्रभ मेल लई गुर कै हेत प्यार। नानक जोत कहती है प्रभु मिलाप लई केवल ते केवल प्रेमा भगती दी ही लोड़ है। हर प्रभ मेल लई गुर कै हेत प्यार। प्रेमा भगती वाली जिहड़ी बिरती सानू बनानी पैनी है। प्रेमा भगती दी ही लोड़ है बस। अगे चलिए, पौड़ी आ गया। हुण साडा टॉपिक क्लीयर हो जाना। जिन्ना गुर गोपिया अपना ते नर बुरियारी, जिन्ना दे अंदर प्रभु दा प्रकाश नहीं होया, वो बहुत ही बद हन, बहुत ही भैड़े ने। आ देखो पिछे इत्थे नानक जोत फैसला दे रही है, ना हर मरै ना कदे दुख लागै, सदा सुहागण नार।
नानक हर प्रभ मेल लई गुर कै हेत प्यार। सदा सुहागण दा रुतबा हासिल हो गया जन्म मरण दे गेड़ियां चों निकल के, ते प्रभु मिलाप लई केवल प्रेमा भगती दी लोड़ है। अगे पौड़ी चलदी है, कहंदे जिन गुर गोपिया, जिन्हां ने प्रगट नहीं कीता, जिन्हां दे अंदर रब लुकिया रह गया, जिन गुर गोपिया अपना ते नर बुरियारी, जिन्हां दे अंदर प्रभु दा प्रकाश नहीं होया, वो बहुत ही बद ने, भैड़े ने। हर जियो तिनका दर्शन ना करो, पापिष्ट हत्यारी। अकाल पुरख मेहर करी, उन्हां पाप बिरती वालियां तो बचा के रखी, वो मेरे सामने ही ना आउण। वो बड़े पापी ने, वो बड़े हत्यारे ने। वो घर घर फिरे कसुद्ध मन, ज्यों धरकट नारी। खोटे मन वाले व्यभिचारी इस्त्री वांग घर घर फिरदे ने। वडभागी संगत मिले गुरमुख सवारी। वड्डियां भागां नाल चंगी संगत मिलन दे बाद गुरमुख सिस्टम राही जीवन सवर सकता है। वड्डियां भागां दे नाल वडभागी संगते मिले, नाम जपण वालियां दी संगत दे विच मिल के गुरमुख गुरमुख सिस्टम दे विच आके जीवन नूं सवारिया जा सकता है। हर मेलो सतगुर दया कर गुर को बलहारी। हर मेलो सतगुर दया कर। सतगुर ने दया करके मिलाप करा दिता। असीं आप भी करना, आप भी मेहनत करनी है। हर मेलो सतगुर दया कर गुर को बलहारी। वाहिगुरु जी किरपा करो तां जो बेनती रूप हो के अकाल पुरख दे मिलाप लई बंदगी करदा रहा। बल हार के, सह सियाणपां छड्ड के, चतराइयां छड्ड के बलहारी। बलहारी दा अर्थ समझो, ये कोई सदके जाना किस तरह, किसी तरह भी सदके जाना नहीं है। ये लफ्ज बन गया बलिहार जाना, पर ये असल है अपनी अपना जोर हारना अगे। सह सियाणपां छड्डणियां, चतराइयां छड्डणियां, आही साडा जोर है। ਅਸੀਂ ਕਹਿੰਦੇ ਆ ਵੀ ਅਸੀਂ ਠੀਕ ਹਾਂ, ਦੂਜਾ ਕਹਿੰਦਾ ਨਹੀਂ ਮੈਂ ਠੀਕ ਹਾਂ। ਦੋਨੇ ਠੀਕ ਨੇ ਜੇ ਅਸੀਂ ਨਾਮ ਦੀ ਸੰਗਤ ਕਰਦੇ ਹਾਂ, ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ ਆਪਣਾ ਇਹ ਜਨਮ ਗੁਰਮੁਖ ਸਿਸਟਮ ਰਾਹੀਂ ਸਵਾਰਦੇ ਹਾਂ। ਇਹ ਅਰਦਾਸ ਨਾਲ ਰੱਖਣੀ ਹੈ, ਬੇਨਤੀ ਰੂਪ ਹੋ ਕੇ ਬੰਦਗੀ ਕਰਨੀ ਹੈ ਕਰਤੇ ਪੁਰਖ ਨਾਲ ਮਿਲਣ ਵਾਸਤੇ। ਸੋ ਇਹੀ ਅਰਦਾਸ ਕਰਨੀ ਹੈ ਕਿ ਇਹੀ ਸੱਚੇ ਪਾਤਸ਼ਾਹ ਇਹੀ ਦਇਆ ਕਰੋ, अपना मेल मिलावो। मैं की करना, मैं सारियां सहज सियाणपां छड्डदा हां, सारियां चतराइयां छड्डदा हां। वाहिगुरु जी का खालसा, वाहिगुरु जी की फतेह। इस अज दी बैठक दे विच साडा जिहड़ा ਉਹ ਗੋਪਣ ਦਾ ਲਫ਼ਜ਼ ਸੀ, ਇਹ ਅਸੀਂ ਪੂਰਾ ਕੀਤਾ। 3 बैठकां ਲਾਈਆਂ ਇਹਦੇ ਤੇ। ਸੰਗਤ ਦਾ ਹੁਣ ਫਰਜ਼ ਹੈ, ਜਿਨ੍ਹਾਂ ਜਿਨ੍ਹਾਂ ਨੇ ਸੁਣਿਆ, ਜੋ ਪ੍ਰੈਜ਼ੈਂਟ ਨੇ ਇੱਥੇ, ਉਹਨਾਂ ਦਾ ਫਰਜ਼ ਹੈ ਕਿ ਆਪ ਬਾਣੀ ਪੜ੍ਹੋ। ਸਾਡਾ ਇਹੀ ਟੀਚਾ ਹੈ। ਇਹ
ਜ਼ੂਮ ਦੇ ਜ਼ਰੀਏ ਪ੍ਰਚਾਰ ਕਰਨ ਦਾ। ਬਾਣੀ ਆਪ ਪੜ੍ਹੋ, ਕਿਸੇ ਤੋਂ ਨਾ ਪੜ੍ਹਾਓ। ਅਰਦਾਸ ਆਪਣੀ ਆਪ ਕਰੋ, ਕਿਸੇ ਤੋਂ ਨਾ ਕਰਾਓ। ਦਾਸ ਅਸੀਂ ਸਦਾ ਹਾਜ਼ਰ। ਮੈਸੇਜ ਪਾਓ, ਜੇ ਕੋਈ ਸ਼ਬਦ ਸਮਝ ਨਹੀਂ ਆ ਰਿਹਾ, ਆਪਾਂ ਜ਼ਰੂਰ ਰਲ ਮਿਲ ਕੇ ਕੋਸ਼ਿਸ਼ ਕਰਾਂਗੇ। ਇਹ ਨਹੀਂ ਕਹਿੰਦੇ ਵੀ ਅਸੀਂ ਸਭ ਤੋਂ ਵੱਡੇ ਗਿਆਨੀ ਹਾਂ, ਨਾ। ਅਸੀਂ ਰਲ ਮਿਲ ਕੇ ਕੋਸ਼ਿਸ਼ ਕਰਾਂਗੇ ਸ਼ਬਦ ਨੂੰ ਵਿਚਾਰ ਕੇ ਇੱਕ ਸਿੱਟੇ ਤੇ ਪਹੁੰਚਣ ਦੀ, ਗੁਰਬਾਣੀ ਰਾਹੀਂ, ਗੁਰਬਾਣੀ ਨੂੰ ਗੁਰਬਾਣੀ ਰਾਹੀਂ ਖੋਲ ਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।